एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहगुरु 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 वाहगुरु। वाहगुरु जी का खालसा वाहगुरु जी की फतेह। परम सम्मानयोग गुरु प्यारे गुरु सवारे सत्संगियों, अज दी गुरमत क्लास विच आप सारिਆਂ ਨੂੰ जी आया। अध्यात्मक पक्ष ਨੂੰ ਸਿੱਖਦੇ ਨੂੰ ਦੇਖਦੇ ਹਾਂ, ਉਸ ਵਿੱਚ ਆਨੰਦ ਦਾ ਹੋਣਾ ਬੜਾ ਜ਼ਰੂਰੀ ਹੈ। ਆਨੰਦ ਸਾਡੇ ਜੀਵਨ ਦੀ ਮੰਜ਼ਿਲ ਹੈ। ਇਸ ਮੰਜ਼ਿਲ ਤੇ ਪਹੁੰਚ ਕੇ ਜੋਤ ਜੋਤੀ ਵਿੱਚ ਰਲਦੀ ਹੈ। ਜਦ ਤੱਕ ਇਹ ਆਨੰਦ ਦਾ ਅਵਸਥਾ ਅਸੀਂ ਹਾਸਲ ਨਹੀਂ ਕਰਦੇ, ਉਦੋਂ ਤੱਕ ਜੋਤ ਜੋਤੀ ਵਿੱਚ ਰਲ ਜਾਣਾ ਜਿਹੜੀ ਅਸੀਂ ਗੱਲ ਕਰਦੇ ਹਾਂ, ਉਹ ਸ਼ਾਇਦ ਸੰਭਵ ਨਹੀਂ ਹੈ। ਕਿਉਂਕਿ ਮਨੁੱਖ ਦਾ ਮਕਸਦ ਹੈ ਪਰਮ ਜੋਤ ਵਿੱਚ ਆਪਣੀ ਜੋਤ ਨੂੰ ਲੀਨ ਕਰਨਾ। ਹਾਲਾਂਕਿ ਸਾਡੀ ਜੋਤ ਛੋਟੀ ਉਹਦਾ ਹਿੱਸਾ ਹੈ। ਇਹਦੀ ਯਾਤਰਾ ਸ਼ੁਰੂ ਹੁੰਦੀ ਹੈ ਵੱਖ-ਵੱਖ ਜੂਨਾਂ ਤੋਂ ਵਿਛੜਿਆ ਹੋਇਆ ਮਨੁੱਖ ਇਸ ਮਨੁੱਖਾ ਦੇਹੀ ਵਿੱਚ ਆਉਂਦਾ ਹੈ। ਮਕਸਦ ਇੱਕੋ ਹੀ ਹੈ ਕਿ ਜੋਤ ਜੋਤੀ ਵਿੱਚ ਮਿਲ ਜਾਏ, ਗੁਰੂ ਦਾ ਮਿਲਾਪ ਹੋਏ, ਸਤਿਗੁਰ ਤੇ ਕਰਨੀ ਕਮਾਣੀ ਦੀ ਉਸ ਸਟੈਪ ਦੇ ਉੱਤੇ ਚੜੇ, ਫਿਰ ਸਤਸੰਗਤ ਵਿੱਚ ਬੈਠ ਕੇ ਜੀਵਨ ਨੂੰ ਨਾਮ ਰਾਮ ਵਿੱਚ ਰੰਗੇ, ਸ਼ਬਦ ਗੁਰੂ ਤੇ ਸੁਰਤ ਉਹਦਾ ਚੇਲਾ ਹੋਵੇ, ਭਾਵ ਸੁਰਤ ਵਿੱਚ ਸ਼ਬਦ ਦਾ ਵਾਸਾ ਹੋਵੇ, ਮਾਇਆ ਦੇ ਭਿਆਨਕ ਰੂਪਾਂ ਤੋਂ ਬਚੇ, ਆਪਣੀ ਵਡਿਆਈ, ਆਪਣੀ ਸੋਭਾ, ਆਪਣੀ ਉਸਤਤ, ਆਪਣੀ ਸਿਫਤ, ਆਪਣੇ ਮਾਨ ਅਭਿਮਾਨ ਇਹਨਾਂ ਤੋਂ ਉੱਪਰ ਉੱਠੇ ਜ਼ਿੰਦਗੀ ਨੂੰ ਜੀਵੇ, ਫਿਰ ਆਪੇ ਆਪ ਦੀ ਪਹਿਚਾਣ ਕਰੇ, ਨਿਰਮਲ ਭਾਵ ਵਿੱਚ ਰਹਿੰਦਾ ਹੋਇਆ ਨਿਰਮਲ ਨਾਲ ਆਪਣੀ ਪ੍ਰੀਤ ਪਾਵੇ, ਦਰਸ਼ਨਾਂ ਦੀ ਪਿਆਸ ਇਹਦੇ ਅੰਦਰ ਬਿਲਕੁਲ ਦਰਸ਼ਨ ਪਿਆਸ ਦੀ ਜਿਹੜੀ ਪਿਆਸ ਹੈ ਉਹ ਪੂਰੀ ਤਰ੍ਹਾਂ ਘਰ ਕਰ ਜਾਏ, ਫਿਰ ਜੀਵਨ ਮੁਕਤ ਦੀ ਕਹਾਣੀ ਹੈ। ਇੱਥੇ ਤੱਕ ਅਸੀਂ ਕੁਝ ਵਿਚਾਰਾਂ ਅੱਗੇ ਸਾਂਝੀਆਂ ਕਰ ਚੁੱਕੇ ਹਾਂ। ਇਸ ਤੋਂ ਅੱਗੇ ਅਸੀਂ ਅੱਜ ਦੀ ਵਿਚਾਰ ਆਰੰਭ ਕਰਦੇ ਹਾਂ। ਪਿਛਲੀ ਵਾਰੀ ਅਸੀਂ ਵਿਚਾਰ ਕੁਝ ਕੀਤੀ ਸੀ ਕਿ ਮੰਜ਼ਿਲ ਤੇ ਪਹੁੰਚਣ ਲਈ 3 ਗੁਣਾਂ ਦਾ ਹੋਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਕਿ ਰਾਹੀ ਦੇ ਕਦਮ ਨਾ ਰੁਕਣ, ਤੁਰਦੇ ਹੋਏ ਮੁਸਾਫਰ ਦੇ ਕਦਮ ਨਾ ਰੁਕਣ। ਰੁਕੇ ਹੋਏ ਕਦਮਾਂ ਵਾਲਾ ਕਦੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਇਹ ਕਦਮ ਫਿਰ ਅੱਗੇ ਵਾਲੇ ਪਾਸੇ ਨੂੰ ਵਧਣ, ਪਿੱਛੇ ਵਾਲੇ ਪਾਸੇ ਨੂੰ ਕਦਮ ਚੱਲਣ ਤੇ ਵੀ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋਢੜਾ। ਇਹ ਗੱਲ ਸਾਡੇ ਅੰਦਰ ਪੂਰੀ ਤਰ੍ਹਾਂ ਸੰਕਲਪ ਪੱਕਾ ਹੋ ਜਾਏ ਔਰ ਕਦਮਾਂ ਦਾ ਅਗਾਂਹ ਨੂੰ ਵਧਣਾ ਬੜਾ ਜ਼ਰੂਰੀ ਹੈ। ਤੀਜਾ ਜਿਹੜਾ ਗੁਣ ਸੀ ਵੀ ਰਸਤੇ ਬਦਲ ਕੇ ਬੰਦਾ ਮੰਜ਼ਿਲ ਤੇ ਨਹੀਂ ਪਹੁੰਚਦਾ। ਇੱਕ ਰਸਤਾ ਚੱਲਿਆ ਫਿਰ ਵਾਪਸ ਆ ਗਿਆ, ਫਿਰ ਦੂਜਾ ਰਸਤਾ ਲਿਆ, ਰਸਤੇ ਚੋਂ ਫਿਰ ਵਾਪਸ ਆ ਗਿਆ, ਤੀਜਾ ਰਸਤਾ ਫੜਿਆ ਫਿਰ ਵਾਪਸ ਆ ਗਿਆ। ਸਾਡੇ ਕੋਲ ਇੱਕੋ ਹੀ ਰਸਤਾ ਹੈ ਉਸ ਮੰਜ਼ਿਲ ਤੇ ਪਹੁੰਚਣ ਦਾ। ਉਹ ਰਸਤਾ ਹੈ ਗੁਰੂ ਦੀ ਸਤਿਗੁਰ ਤੇ ਕਰਨੀ ਕਮਾਣੀ ਦਾ। ਜਦ ਤੱਕ ਸਤਿਗੁਰ ਤੇ ਕਰਨੀ ਕਮਾਣੀ ਦਾ ਉਹ ਮਾਰਗ ਤਾਂ ਅਸੀਂ ਨਹੀਂ ਫੜਦੇ, ਉਦੋਂ ਤੱਕ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ।
ਜਿਹੜਾ ਬੰਦਾ ਇਹਨਾਂ ਤਿੰਨ ਗੁਣਾਂ ਨੂੰ ਅੰਦਰ ਵਸਾ ਲਵੇ, ਉਹ ਮੁਸਾਫਰ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਤੇ ਰੱਬੀ ਪਿਆਰ ਵਿੱਚ, ਪਰਮੇਸ਼ਰ ਦੀ ਪ੍ਰੀਤ ਵਿੱਚ ਰੰਗਿਆ ਹੋਇਆ ਰੱਬੀ ਵਣਜਾਰਾ, ਰੱਬੀ ਦਰਸ਼ਨ ਲਈ ਤੜਫਣ ਵਾਲਾ, ਗੁਰੂ ਬਖਸ਼ਿਸ਼ ਨਾਲ ਸ਼ਿੰਗਾਰਿਆ ਹੋਇਆ, ਫਿਰ ਇੱਕ ਦਿਨ ਆਪਣੇ ਅੰਦਰ ਪਰਮੇਸ਼ਰ ਦੇ ਦਰਸ਼ਨਾਂ ਦੀ ਝਲਕ ਨੂੰ ਵੇਖਦਾ ਹੈ ਜਦੋਂ ਉਹਦੇ ਕਦਮ ਇਸ ਪਾਸੇ ਨੂੰ ਚੱਲਦੇ ਹਨ, ਜਿਹੜੀ ਯਾਤਰਾ ਆਪਾਂ ਪਾਰ ਕਰ ਚੁੱਕੇ ਹਾਂ। ਇਸ ਝਲਕ ਨੂੰ ਝੱਲਣਾ ਵੀ, ਉਸ ਦਰਸ਼ਨ ਦਾ ਉਸ ਮਹਿਸੂਸ ਕਰਨਾ ਵੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਸਹਿਣਾ ਵੀ ਔਖੀ ਬਾਤ ਹੈ। ਭਾਵ ਕਿ ਉਸ ਅਵਸਥਾ ਨੂੰ ਕੰਟਰੋਲ ਕਰਕੇ ਰੱਖਣਾ, ਆਪਣੇ ਤੋਂ ਬਾਹਰ ਨਾ ਹੋਣਾ, ਇਹ ਵੀ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਹਾਸਲ ਨਹੀਂ ਹੁੰਦਾ। ਇਹਦੇ 'ਚ ਗੁਰੂ ਦੀ ਰਹਿਮਤ ਦਾ ਹੋਣਾ ਬੜਾ ਜ਼ਰੂਰੀ ਹੈ। ਨਹੀਂ ਤਾਂ ਬੰਦਾ ਫਿਰ ਹਉਮੈ ਦੇ ਬੋਲ, ਹੰਕਾਰ ਦੀ ਬੋਲੀ, ਫਿਰ ਰਸਤੇ ਤੋਂ ਖੁੰਝ ਜਾਂਦਾ ਹੈ। ਕੁਝ ਆਇਆ, ਫਿਰ ਉਹਦਾ ਰੌਲਾ ਪੈ ਗਿਆ। ਤੇ ਅੰਦਰੋਂ ਜਦੋਂ ਇਹ ਮਹਿਸੂਸ ਕਰੇ, ਉਹ ਝਲਕ ਮਹਿਸੂਸ ਹੋਵੇ, ਉਸ ਸੱਚ ਦੇ ਨਸ਼ੇ ਵਿੱਚ ਪਰਮ ਆਨੰਦ ਨੂੰ ਮਾਣਦਾ ਹੈ। ਸੱਚ ਦੇ ਨਸ਼ੇ ਵਿੱਚ, ਜਿਵੇਂ ਖੁਸ਼ਬੂ ਦਾ ਵਾਸਾ ਫੁੱਲ ਵਿੱਚ ਹੁੰਦਾ ਹੈ, ਇਸੇ ਤਰ੍ਹਾਂ ਰੱਬੀ ਨਿਵਾਸ ਸਾਡੇ ਹਿਰਦੇ ਵਿੱਚ ਹੈ। ਪਰ ਰੱਬੀ ਨਿਵਾਸ ਨੂੰ ਅਸੀਂ ਦਰਸ਼ਨ ਨਾ ਕਰ ਸਕੇ, ਕੂੜ ਦੀ ਹਉਮੈ ਦੀ ਕੰਧ ਬਣਾ ਕੇ ਬੈਠ ਗਏ। ਗੁਰੂ ਤੋਂ ਵਿਛੜਿਆ ਹੋਣ ਕਰਕੇ ਅਸੀਂ ਬਾਹਰ ਨੂੰ ਭਟਕਦੇ ਰਹੇ। ਉਸ ਹਿਰਨ ਵਾਂਗੂ ਜਿਹੜਾ ਪਾਣੀ ਦੀ, ਜਿਹੜਾ ਕਥੂਰੀ ਦੀ ਸੁਗੰਧੀ ਲਈ ਦੇਖਦਾ ਕਿਤੇ ਬਾਹਰ ਤੋਂ ਆ ਰਹੀ ਹੈ, ਲੇਕਿਨ ਕਥੂਰੀ ਦੀ ਸੁਗੰਧੀ ਤਾਂ ਉਹਦੀ ਨਾਭੀ ਵਿੱਚੋਂ ਆ ਰਹੀ ਸੀ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਭਿਖ ਸੰਗਰ ਹੈ, ਕਰਤੈ ਆਪ ਖੁਆਇਆ। ਗੁਰੂ ਅਮਰਦਾਸ ਮਹਾਰਾਜ ਦਾ ਬੋਲ ਹੈ ਵੀ ਕਸਤੂਰੀ ਦੀ ਖੁਸ਼ਬੂ ਦੇ ਅੰਦਰ ਹੈ। ਹਿਰਨ ਜਿੱਡਾ ਮਰਜ਼ੀ ਵੱਡਾ ਹੋਵੇ, ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਇੱਕ ਵੱਡਾ ਤੋਂ ਵੱਡਾ ਜਿੰਨਾ ਵੀ ਹਿਰਨ ਹੈ, ਉਹਦੀ ਨਾਭੀ ਵਿੱਚ 9 ਮਾਸੇ ਕਸਤੂਰੀ ਹੁੰਦੀ ਹੈ, ਪਰ ਸੁਗੰਧਤ ਇੰਨੀ ਹੈ ਕਿ 9 ਮਾਸਿਆਂ ਦੀ ਕੀਮਤ ਕਿੰਨੀ ਹੈ, ਇਹ ਅਸੀਂ ਦੱਸ ਨਹੀਂ ਸਕਦੇ। ਲੇਕਿਨ ਸੁਗੰਧੀ ਉਹਦੇ ਅੰਦਰ ਹੈ। ਉਹ ਭਟਕਦਾ ਹੈ, ਮਾਰੂ ਥਲਾਂ ਵਿੱਚ ਜਾ ਕੇ ਟੱਕਰਾਂ ਮਾਰਦਾ ਹੈ, ਇਹ ਦੇਖ ਕੇ ਕਿ ਸ਼ਾਇਦ ਇਹ ਕਸਤੂਰੀ ਦੀ ਸੁਗੰਧ ਮੈਨੂੰ ਬਾਹਰੋਂ ਆ ਰਹੀ ਹੈ, ਭੁਲੇਖਾ ਖਾ ਗਿਆ। ਜਿਗਿਆਸੂ ਦਾ ਵੀ ਇਹ ਹਾਲ ਹੈ। ਖੁਸ਼ਬੂ ਅੰਦਰ ਹੈ, ਰੱਬੀ ਜੋਤ ਅੰਦਰ ਹੈ, ਨਿਰੰਕਾਰ ਅੰਦਰ ਹੈ, ਪਰ ਗੁਰੂ ਤੋਂ ਵਿਛੜਿਆ ਹੋਣ ਕਰਕੇ ਨਿਰੰਕਾਰ ਦਾ ਦੀਦਾਰ ਨਹੀਂ ਸੀ ਹੋ ਰਿਹਾ। ਹੁਣ ਗੁਰੂ ਨੇ ਬਖਸ਼ਿਸ਼ ਕੀਤੀ ਤੇ ਯਾਤਰਾ ਤੋਂ ਅੱਗੇ ਵੱਧਦਾ ਹੈ। ਇਹ ਸਮਝ ਆ ਗਈ, ਉਹ ਭਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਹੁਣ ਆਪਾ ਚੀਨਿਆ ਗਿਆ, ਆਪੇ ਦੀ ਪਛਾਣ ਹੋ ਗਈ। ਆਪੇ ਦੀ ਪਹਿਚਾਣ ਨੇ ਭਟਕਣਾ ਦੀ ਜਾਲੀ ਨੂੰ ਲਾ ਦਿੱਤਾ। ਖੜੇ ਹੋਏ ਪਾਣੀ ਤੇ ਜਿਹੜੀ ਹਰੇ ਰੰਗ ਦੀ ਤਹਿ ਜੰਮ ਜਾਂਦੀ, ਉਹਨੂੰ ਕਾਈ ਕਹਿੰਦੇ ਨੇ। ਕਾਈ ਥੱਲੇ ਪਾਣੀ ਨਜ਼ਰ ਨਹੀਂ ਆਉਂਦਾ, ਉੱਪਰਲੀ ਝਾੜ, ਉੱਪਰਲੀ ਤਹਿ ਦੇ ਵਿੱਚੋਂ ਪਾਣੀ ਥੱਲੇ ਦਿਸਦਾ ਨਹੀਂ ਹੈ। ਕਈ ਵਾਰੀ ਮਨੁੱਖ ਭੁਲੇਖਿਆਂ ਵਿੱਚ ਉੱਤੇ ਕਦਮ ਰੱਖਦੇ ਹਨ ਤੇ ਡੂੰਘੇ ਪਾਣੀ ਵਿੱਚ ਜਾ ਡਿੱਗਦੇ ਹਨ। ਇਸੇ ਤਰ੍ਹਾਂ ਇਕਾਈ ਹਰੇ ਰੰਗ ਦੀ ਜਿਹੜੀ ਪਾਣੀ ਨਹੀਂ ਦਿਸ ਦਿੰਦੀ, ਇਸ ਤਰ੍ਹਾਂ ਮਨੁੱਖ ਦੇ ਹਿਰਦੇ ਵਿੱਚ ਭਟਕਣਾ ਦੀ ਬਣੀ ਹੋਈ ਕਾਈ ਪਰਮੇਸ਼ਰ ਦਾ ਦੀਦਾਰ ਨਹੀਂ ਸੀ ਕਰਨ। ਪਰ ਹੁਣ ਸਮਝ ਆ ਗਈ ਕਿ ਪਰਮੇਸ਼ਰ ਦਾ ਦੀਦਾਰ ਸਾਡੇ ਕੋਲ ਹੈ, ਸਾਡੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਪਿਆਰਿਓ, ਸੱਚਮੁੱਚ ਜਿਹਨੂੰ ਇਹ ਸਮਝ ਆ ਗਈ, ਅੰਦਰ ਵਸਦੇ ਹੋਏ ਆਪਣੇ ਪ੍ਰੀਤਮ ਨੂੰ ਦੇਖਿਆ, ਫਿਰ ਤਾਂ ਰੋਮ ਰੋਮ ਖਿੜ ਗਿਆ, ਫਿਰ ਤਾਂ ਲੂੰ ਖੜੇ ਹੋ ਗਏ। ਜਿਹੜੇ ਕਹਿੰਦੇ ਨਾ, ਅਸੀਂ ਲੂੰਗੇ ਨਾ ਵਾਲ ਸਾਰੇ ਉਸ ਪਿਆਰੇ ਦੇ
ਦਰਸ਼ਨਾਂ ਦੇ ਵਿੱਚ ਇਹ ਲੂੰ ਖਿੜ ਜਾਂਦੇ ਹਨ। ਇਹਨੂੰ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੇ। ਇਹ ਰੋਮ ਤੋਂ ਧਿਆਣਾ ਇਹ ਨਹੀਂ ਵੀ ਇਹਦੇ ਵਿੱਚੋਂ ਬੋਲ ਬੋਲਦੇ ਰਹੇ। ਰੋਮ ਰੋਮ ਧਿਆਉਣ ਦਾ ਕੀ ਮਤਲਬ ਸੀ? ਉਹਦਾ ਰੋਮ ਰੋਮ ਭਾਵ ਉਹਦੀ ਜ਼ਿੰਦਗੀ ਦਾ ਹਰ ਪਲ, ਹਰ ਘੜੀ, ਹਰ ਸਮਾਂ ਉਸ ਪਿਆਰੇ ਦੇ ਪ੍ਰੀਤਮ ਦੇ ਦੀਦਾਰ ਵਿੱਚ ਮਸਤ ਹੋ ਗਿਆ। ਸਰੀਰ ਦੇ ਅੰਦਰ ਉਸ ਸੁਰਤ ਦੀ ਅੱਖ ਨਾਲ, ਆਪਣੇ ਸੁਰਤ ਦੀ ਅੱਖ ਨਾਲ ਆਪਣਾ ਖੋਜਣ ਤੋਂ ਬਾਅਦ ਆਪਣੇ ਪ੍ਰੀਤਮ ਦੇ ਦੀਦਾਰਾਂ ਦਾ ਆਨੰਦ ਮਾਣ ਲਿਆ। ਸੁਰਤ ਦੀ ਅੱਖਾਂ ਦੇ ਨਾਲ, ਬਾਹਰਲੀਆਂ ਅੱਖਾਂ ਨਾਲ ਨਹੀਂ। ਨਾਨਕ ਸੇ ਅੱਖੜੀਆਂ ਬਿਆਨ ਜਿਹਨੇ ਸੰਦੋ ਮਾਂ ਪਰੀ। ਉਹ ਅੱਖਾਂ ਹੋਰ ਨੇ, ਉਹ ਸੁਰਤ ਦੀਆਂ ਅੱਖਾਂ ਨੇ। ਹਰ ਦੇਖਣ ਵਾਲਾ ਵਿਅਕਤੀ ਜਿਹਦੇ ਕੋਲ ਰੱਬ ਨੇ ਦੇਖਣ ਲਈ ਜੋ ਦਿੱਤੀ ਹੈ, ਹਰ ਦੇਖਣ ਵਾਲਾ ਵਿਅਕਤੀ ਬਾਹਰ ਵੇਖ ਸਕਦਾ ਹੈ, ਅੰਦਰ ਨਹੀਂ ਵੇਖ ਸਕਦਾ। ਉਹਦੇ ਲਈ ਸੁਰਤ ਦੀ ਅੱਖ ਚਾਹੀਦੀ ਹੈ, ਅੰਦਰ ਦੀ ਅੱਖ ਚਾਹੀਦੀ ਹੈ, ਸੁਰਤ ਦੀ ਅੱਖ। ਪਹਿਲਾਂ ਤਾਂ ਸਰੀਰਕ ਅੱਖਾਂ ਖੋਲ ਕੇ ਬਾਹਰ ਦੇਖ ਕੇ ਮਨੁੱਖ ਨੇ ਬਸ ਸੰਸਾਰ ਨਾਲ ਸੁਰਤ ਜੋੜੀ ਸੀ, ਪਰ ਹੁਣ ਅੰਦਰ ਦੇ ਸੁਰਤ ਦੀ ਅੱਖ ਖੋਲ ਕੇ ਨਿਰੰਕਾਰ ਨਾਲ ਸੁਰਤ ਜੁੜਦੀ ਹੈ। ਪਹਿਲਾਂ ਤਾਂ ਭਟਕਣਾ ਅੰਦਰ ਦਿਸਣ ਨਹੀਂ ਸੀ ਦਿੰਦੀ, ਪਰ ਹੁਣ ਉਹ ਭਟਕਣਾ ਦਾ ਜਾਲਾ ਲੱਥ ਗਿਆ ਹੈ। ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਤਾਂ ਅੰਦਰ ਦੀਦਾਰ ਕਰਕੇ ਬਾਹਰ ਜਦੋਂ ਦੇਖਦਾ ਤੇ ਉਹ ਨਿਰੰਕਾਰ ਦੀ ਜੋਤ ਨਜ਼ਰ ਆਉਂਦੀ ਹੈ। ਸਮਸਤ ਇੱਕ ਜੋਤ ਹੈ ਦੀ ਕਹਾਣੀ ਸਮਝ ਆ ਜਾਂਦੀ ਹੈ। ਜਲੇ ਹਰੀ ਥਲੇ ਹਰੀ ਉਰੇ ਹਰੇ ਬਣੇ ਹਰੀ। ਇਹ ਹਰੀ 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 ਤੂੰ ਹੀ 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 ਤੂੰ ਹੀ। ਇਹਦੀ ਜ਼ਬਾਨ ਨੂੰ ਬਸ ਇਹੋ ਕੁਝ ਹੀ ਵਾਪਰਦਾ ਹੈ, ਫਿਰ ਇੱਥੇ ਪਹੁੰਚ ਜਾਂਦਾ ਹੈ। ਜਿੱਧਰ ਵੀ ਝਾਤ ਮਰਦਾ ਉਧਰ ਪਰਮੇਸ਼ਰ ਪਿਆਰਾ ਹੀ ਦਿਸਦਾ ਹੈ। ਅੰਦਰ ਵੀ ਨਜ਼ਰ ਆਉਂਦਾ ਹੈ, ਬਾਹਰ ਵੀ ਨਜ਼ਰ ਆਉਂਦਾ ਹੈ। ਅੰਦਰ ਵਿਦਾ ਸੱਚ ਨਾਏ, ਬਾਹਰ ਵੀ ਸੱਚ ਡਿਠੋਮ। ਅੰਦਰ ਵਿੰਨਿਆ ਗਿਆ ਸੱਚ ਨਾਲ, ਅੰਦਰ ਵਿਦਾ ਸੱਚ ਨਾਏ। ਜਦੋਂ ਵਿੰਨਿਆ ਗਿਆ ਨਾ, ਫਿਰ ਬਾਹਰ ਵੀ ਸੱਚ ਡਿਠੋਮ, ਬਾਹਰ ਵੀ ਸੱਚੇ ਦਾ ਦੀਦਾਰ ਹੋ ਗਿਆ। ਨਾਨਕ ਰਵਿਆ ਹਬ ਠਾਏ, ਨਾਨਕ ਰਵਿਆ ਹਬ ਥਾਏ। ਫਿਰ ਬਣ ਤ੍ਰਿਨ ਤ੍ਰਿ ਭਵਨ ਰੋਮ। ਤਿੰਨਾਂ ਭਵਨਾਂ ਵਿੱਚ, ਰੋਮ ਰੋਮ ਵਿੱਚ ਉਸ ਪਿਆਰੇ ਦੇ ਦਰਸ਼ਨਾਂ ਨੂੰ ਮਨੁੱਖ ਹਰ ਪਾਸੇ ਮਾਣਦਾ ਹੈ। ਗੁਰਬਾਣੀ ਵਿੱਚ ਇੱਕ ਬਹੁਤ ਪਿਆਰਾ ਸੰਵਾਦ ਜਿਹਾ ਆਉਂਦਾ ਹੈ। ਇੱਕ ਦਰਸ਼ਨਾਂ ਲਈ ਤੜਫ, ਜਿਹਦੇ ਵਿੱਚ ਜੀਵ ਰੂਪੀ ਇਸਤਰੀ ਤੜਫਦੀ ਹੈ, ਉਹਦਾ ਵਰਣਨ ਆਉਂਦਾ ਹੈ। ਕਿਸੇ ਸਤ ਸੰਗਤ ਰੂਪੀ ਆਪਣੀ ਜੀਵ ਰੂਪੀ ਭੈਣ ਕੋਲ ਜਾਂਦੀ ਹੈ ਤੇ ਜਾ ਕੇ ਪੁੱਛਦੀ ਹੈ, ਭੈਣੇ ਤੂੰ ਤਾਂ ਦਰਸ਼ਨ ਪਾ ਲਏ ਨੇ। ਦਰਸ਼ਨ ਪਿਆਸ ਵਾਲੀ ਪਿਆਸੀ ਹੋਈ ਪੁੱਛਦੀ ਹੈ, ਭੈਣ ਦੱਸ ਤੂੰ ਦਰਸ਼ਨ ਕਿਵੇਂ ਪਾਏ ਨੇ? ਮੈਨੂੰ ਵੀ ਦੱਸ, ਮੈਂ ਵੀ ਪਿਆਰੇ ਪ੍ਰੀਤਮ ਨੂੰ ਵੇਖ ਕੇ ਆਪਣੀ ਪਿਆਸ ਨੂੰ ਬੁਝਾ ਲਵਾਂ। ਮੇਰਾ ਵੀ ਚਿੱਤ ਕਰਦਾ ਮੈਂ ਤੇਰੇ ਵਰਗੀ ਹੋ ਜਾਵਾਂ। ਦੱਸ ਕਿਵੇਂ ਵਾਪਰ ਗਿਆ? ਮੇਰਾ ਮਨ ਤਾਂ ਭੁਲੇਖਿਆਂ ਵਿੱਚ ਹੈ, ਕਿਉਂਕਿ ਕੋਈ ਤਾਂ ਇਹ ਕਹਿ ਰਿਹਾ ਹੈ ਕਿ ਪਰਮੇਸ਼ਰ ਅੰਦਰ ਹੈ, ਕੋਈ ਕਹਿ ਰਿਹਾ ਪਰਮੇਸ਼ਰ ਬਾਹਰ ਹੈ। ਇਹ ਮੇਰੀ ਭੈਣ ਤੂੰ ਦੱਸ, ਤੇਰੇ ਤੇ ਕਿਰਪਾ ਹੋਈ ਹੈ, ਤੂੰ ਕਿਵੇਂ ਦੇਖਿਆ ਹੈ? ਮੇਰੇ ਕੋਲ ਤਾਂ ਪਰਮੇਸ਼ਰ ਦਾ ਕੋਈ ਰੂਪ ਰੰਗ ਵੀ ਨਹੀਂ ਹੈ। ਇਹ ਮੈਨੂੰ ਸਮਝ ਹੈ ਕਿ ਉਹਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਵਰਨ ਨਹੀਂ, ਜਾਤ ਨਹੀਂ, ਪਾਤ ਨਹੀਂ, ਰੰਗ ਨਹੀਂ, ਰੂਪ ਨਹੀਂ। ਤੇ ਫਿਰ ਮੈਂ ਕਿਵੇਂ ਫੈਸਲਾ ਕਰਾਂ ਮੈਂ ਉਹਨੂੰ ਕਿਵੇਂ ਦੇਖਦਾ, ਕਿਵੇਂ ਦੇਖਾਂ ਜਿਹਦਾ ਕੋਈ ਨਿਸ਼ਾਨ ਨਹੀਂ, ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ? ਦੱਸ ਮੈਂ ਕਿਵੇਂ ਫੈਸਲਾ ਕਰ ਸਕਦੀ ਹਾਂ? ਤੇ ਉਸ ਜੀਵ ਰੂਪੀ ਜਵਾਬ ਦੇ ਵਿੱਚ ਉਸ ਇਸਤਰੀ ਨੇ ਇੱਕ ਜਵਾਬ ਬੜਾ ਖੂਬਸੂਰਤ ਦਿੱਤਾ ਹੈ। ਜਿਸਨੇ ਦਰਸ਼ਨ ਕਰਕੇ ਆਪਣੇ ਅੰਦਰ ਦੀ ਪਿਆਸ ਨੂੰ ਤ੍ਰਿਪਤ ਕਰ ਲਿਆ, ਉਹਦਾ ਜਵਾਬ ਬੜਾ ਖੂਬਸੂਰਤ ਹੈ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ। ਪ੍ਰੇਮ ਭਗਤ ਨਾਨਕ ਸੁਖ ਪਾਇਆ।
कर किरपा, भैन मेरे ते उदी किरपा हुई है। शब्द शुरू होता है, मोह मलन नींद ते छुट गई, कौन अनुग्रह पे ओरी, महामोणी तुद ना व्यापे, तेरा आलस कहाँ गयोरी। तेनू किथे चला गया, माया मन नू मोह लैण वाली माया ही नहीं तेनू व्यापदी। जिसने सारी दुनिया नू लुट लिया, तू किवें बच गई। जंगल नू लगी हुई अग विचों तू किवें बच गई। ਉਹਦੀ ਇੱਕੋ ਜਵਾਬ ਸੀ, ਕਰ ਕਿਰਪਾ ਪ੍ਰਭ ਨਜ਼ਰ ਅਵਲੋਕਨ ਆਪਣੇ ਚਰਨ ਲਗਾਏ। ਪ੍ਰਭੂ ਨੇ ਦੇਖਿਆ ਮਿਹਰ ਦੀ ਨਜ਼ਰ ਦੇ ਨਾਲ, ਉਹਨੇ ਆਪਣੇ ਚਰਨਾਂ ਨਾਲ ਜੋੜ ਲਿਆ। ਕਹਿੰਦੇ ਮੈਨੂੰ ਤਾਂ ਸਮਝ ਆਈ ਸਕੀ, ਕੋ ਕਹਿਤੋ ਹੈ ਸਭ, ਕੋ ਕਹਿਤੋ ਸਭ ਬਾਹਰ ਬਾਰ, ਕੋ ਕਹਿਤੋ ਸਭ ਮਈਓ। ਵੀ ਕੋਈ ਕਹਿੰਦਾ ਬਾਹਰ ਹੈ, ਕੋਈ ਕਹਿੰਦਾ ਸਾਰਿਆਂ ਵਿੱਚ ਹੈ। ਵਰਨਾ ਦਿਸੇ ਚਿਹਨਾ ਲਿਖੀਏ, ਸੁਹਾਗਨ ਸਾਥ ਬੁਝਈਓ। ਵੀ ਮੈਨੂੰ ਦੱਸ ਤਾਂ ਸਹੀ, ਨਾ ਉਹਦਾ ਵਰਨ ਦਿਸਦਾ ਨਾ ਚਿੰਨ ਦਿਸਦਾ, ਉਹ ਮੈਨੂੰ ਦੱਸ ਤਾਂ ਸਹੀ ਉਹ ਕਿਵੇਂ ਮਿਲਦਾ ਹੈ। ਉਹਦਾ ਕੁਐਸਚਨ ਹੈ, ਉਹਦਾ ਸਵਾਲ ਹੈ। ਤੇ ਅੱਗੋਂ ਸੁਹਾਗਵਤੀ ਪਤੀ ਨੂੰ ਮਿਲੀ ਹੋਈ, ਕੰਤ ਨਾਲ ਰੰਗੀ ਹੋਈ, ਦਾ ਜਵਾਬ ਇੱਕੋ ਪੰਕਤੀ ਵਿੱਚ ਹੈ। ਕਹਿੰਦੇ ਸਰਬ ਨਿਵਾਸੀ ਘਟ ਕਰ ਵਾਸੀ, ਲੇਪ ਨਹੀਂ ਅਲਪਿਓ, ਅਲਪਹੀਓ। ਜਿਹੜਾ ਕਹਿੰਦੇ ਨੇ ਉਹ ਨਿਰਲੇਪ ਹੈ, ਉਹ ਘਟ ਘਟ ਵਾਸੀ, ਸਰਵ ਨਿਵਾਸੀ ਹੈ। ਸਰਵ ਨਿਵਾਸੀ ਘਟ ਘਟ ਵਾਸੀ, ਉਹ ਤਾਂ ਘਰ ਘਟ ਵਿੱਚ ਵਸਿਆ ਹੋਇਆ ਹੈ। ਉਸ ਨੂੰ ਲੱਭਣ ਲਈ ਕਿਤੇ ਕਿੱਥੇ ਜਾਣਾ ਹੈ। ਇਹ ਜਿਹੀ ਅਵਸਥਾ ਵਿੱਚ ਜੀਵ ਤਾਂ ਹੈਰਾਨ ਬਿਸਮਾਦ ਹੋ ਜਾਂਦਾ ਹੈ। ਇਹ ਤਾਂ ਇੱਕ ਅਚਰਜ ਹੀ ਵਰਤ ਗਿਆ। ਅਚਰਜ ਕਹੋ ਤਾਂ ਦੇਖੋ ਅਚਰਜ ਪਿਆ, ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰਦਿਆ। ਰਾਨੀ ਜਨਕ ਕੌਤਕ ਵਰਤ ਗਿਆ। ਜਿਸ ਮਾਲਕ ਪ੍ਰਤੀ ਸੁਣਦੇ ਸੀ ਵੀ ਉਹ ਅਗਾਧ ਬੋਧ ਹੈ, ਗੁਰੂ ਦੀ ਕਿਰਪਾ ਨੇ ਤਾਂ ਹਿਰਦੇ ਵਿੱਚ ਦਿਖਾ ਦਿੱਤਾ। ਗੁਰੂ ਦੀ ਕਿਰਪਾ ਨਾਲ ਤਾਂ ਹਿਰਦੇ ਵਿੱਚ ਦਿਸ ਪਿਆ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸ਼ਰੋ ਤੋਂ ਬਿਟੇ ਸਭ ਗਿਆ, सहज सन अर सूक्ष्म नारी ऊद कमल बिकसिया। देखो अचरज प्या, इस ठाकर को सुनत अगाध बोध, सो हृदय गुर दिया। जो ये दूत मोह बहुत संतावत, ते भयानक भया, करे बेनती राख ठाकुर ते हम तेरी शरणिया। हुण तां मेरी शरण च आ गए ਜਿਹੜੇ ਦੂਤ ਮੈਨੂੰ ਬਹੁਤ ਤੰਗ ਕਰਦੇ ਸੀ। ਅਸਲ ਵਿੱਚ ਜਿਹੜਾ ਜੀਵ ਗੁਰੂ ਦਾ ਵਿਸ਼ਵਾਸ, ਗੁਰੂ ਦਾ ਪੱਲਾ ਫੜ ਲਵੇ, ਗੁਰੂ ਤੇ ਭਰੋਸਗੀ ਦੀ ਯਾਤਰਾ ਕਰੇ। ਸਿੱਖੀ ਦੀ ਯਾਤਰਾ ਹੀ ਗੁਰੂ ਤੇ ਭਰੋਸਗੀ ਦੀ ਯਾਤਰਾ ਹੈ। ਬੇਪ੍ਰਤੀਤੀ ਦੇ ਨਾਲ ਗੁਰੂ ਨਾਲ ਮਿਲਾਪ ਨਹੀਂ ਹੁੰਦਾ। ਇੱਕ ਗੱਲ ਸਾਨੂੰ ਆਪਣੇ ਪੱਲੇ ਨਾਲ ਬੰਨ ਲੈਣੀ ਚਾਹੀਦੀ ਹੈ ਕਿ ਗੁਰੂ ਤੇ ਬੇਪ੍ਰਤੀਤੀ ਜਾਂ ਬੇਭਰੋਸਗੀ ਸਿੱਖ ਨੂੰ ਗੁਰੂ ਤੋਂ ਬਹੁਤ ਦੂਰ ਲੈ ਜਾਂਦੀ ਹੈ। ਗੁਰੂ ਦੀ ਲਿਖਤੀ ਦੇ ਉੱਤੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ, ਗੁਰੂ ਦੇ ਵਿਚਾਰਾਂ ਦੇ ਉੱਤੇ ਜੇ ਬੇਭਰੋਸਗੀ ਹੈ ਤਾਂ ਮਤ ਸਮਝਣਾ ਪ੍ਰੀਤਮ ਦੇ ਦੇਸ਼ ਦੀਆਂ ਅਸੀਂ ਉਸ ਆਨੰਦ ਨੂੰ ਮਾਣ ਸਕਾਂਗੇ। ਕਿਉਂਕਿ ਇਹ ਸੱਤ ਦੀ ਬਾਣੀ ਹੈ, ਸੱਤ ਦੇ ਘਰ ਵਿੱਚੋਂ ਆਈ ਹੈ, ਸੱਤ ਦੇ ਬੋਲ ਹਨ, ਸੱਤ ਦੇ ਮੂੰਹ, ਸੱਤ ਬੋਲਣ ਵਾਲੇ ਸੱਤ ਵਿੱਚ ਰੰਗੇ ਹੋਏ ਦੇ ਮੂੰਹ ਵਿੱਚੋਂ ਨਿਕਲੇ ਹਨ। ਤੇ ਇਹ ਬੋਲ ਸੱਤ ਹਨ। ਅੱਜ ਸੱਤ ਨਹੀਂ, ਕੱਲ ਵੀ ਸੱਤ ਰਹਿਣਗੇ। ਦੁਨੀਆ ਦੇ ਰਹੇ ਨਾ ਰਹੇ, ਇਹ ਬੋਲਾਂ ਨੂੰ ਕਦੀ ਕੋਈ ਝੂਠਾ ਨਹੀਂ ਕਹਿ ਸਕਦਾ। ਜੇ ਕੋਈ ਝੂਠਾ ਕਹਿੰਦਾ ਹੈ, ਇਹਨਾਂ ਪ੍ਰਤੀ ਕੋਈ ਸ਼ੰਕੇ ਜ਼ਾਹਰ ਕਰਦਾ ਤੇ ਮੈਂ ਮੇਰੇ ਮਾਫ ਕਰ ਦੇਣਾ, ਐਸੇ ਬੇਭਰੋਸਗੀ ਵਾਲਾ ਕਦੀ ਵੀ ਗੁਰੂ ਦੇ ਘਰ ਦਾ ਦੀਦਾਰ ਨਹੀਂ ਕਰ ਸਕਦਾ, ਨਾ ਕਰ ਸਕਿਆ ਨਾ ਕਰ ਸਕੇਗਾ। ਇਹ ਜਿਹੜਾ ਬੰਦਾ ਗੁਰੂ ਦੇ ਬੋਲਾਂ ਤੇ ਵਿਸ਼ਵਾਸ ਰੱਖ ਲਵੇ, ਗੁਰੂ ਦਾ ਪੱਲਾ ਫੜ ਲਵੇ, ਉਹਨੂੰ ਉਹਨੇ ਇੱਕ ਨਾ ਇੱਕ ਦਿਨ ਆਪਣੇ ਅਸਲੀਅਤ ਉੱਤੇ ਜ਼ਰੂਰ ਪਹੁੰਚ ਜਾਂਦਾ ਹੈ। ਲੰਬੀ ਯਾਤਰਾ ਹੈ, ਕਈ ਜਨਮਾਂ ਦੀ ਮਹਿਲ ਲੱਗੀ ਹੋਈ ਹੈ। ਲਾਉਂਦਿਆਂ ਲਾਉਂਦਿਆਂ ਸਮਾਂ ਲੱਗਦਾ ਹੈ, ਧੀਰਜ ਚਾਹੀਦਾ ਹੈ, ਹੌਸਲਾ ਚਾਹੀਦਾ ਹੈ, ਇੰਤਜ਼ਾਰ ਚਾਹੀਦੀ ਹੈ, ਕਾਹਲ ਨਹੀਂ। ਜਲਦੀ ਵਿੱਚ ਪੁੱਟੇ ਹੋਏ ਕਦਮਾਂ ਨਾਲ ਨਿਰੰਕਾਰ ਨਹੀਂ ਮਿਲਦਾ। ਇੰਤਜ਼ਾਰ ਕਰ, ਮਿਹਨਤ ਕਰਨੀ ਪਏਗੀ। ਇਸ ਤਰ੍ਹਾਂ ਕਹਿ ਲਈਏ
कि प्रीतम दे दीदार करन लई असल विच अख दा इलाज करना पैंदा है। इस विश्वास तो हकीकत तक दा सफर जिहड़ा है वो अख दा इलाज है। जिसदा ये इलाज हुंदा है ਉਹਦੀ हालत की हुंदी है। गुरु पातशाह ने यह भी गल दित्ती है, लोएन लोई डिठ प्यास न बुझे मुंह कनी, नानक से अखड़ियां बयान जिन्हें दिसिंदो मां पीरी। अखां दा इलाज है ना, लोई ने संसार नूं देखदी है पर प्यास नहीं बुझदी। हुण इहदा अखां दा इलाज कर। गुरु पातशाह जी कोलों परमेश्वर दी होंद दा विश्वास लैके तुरदा होया जीव एक दिन अपनियां अखां दे नाल दीदार करके परम आनंद नूं मान लैंदा है ते इस सच नूं फिर संसार दे सामने प्रगट भी करता है। गुरें दिखायो लोई ना, अखां दिखा दित्तियां हुण गुरु ने। गुरे ने दिखा दित्तियां है, ईतै उत्ते घट 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 तू ही मोहिना, कारण करना धारण तरना एकै एकै सोहिना, संतन परशन बलिहारी दर्शन नानक सुख सुख सोइना। कमाल दे बोल ਹਨ। गुरह दिखायो लोई ना, अखां दिखा दित्तियां ਹਨ गुरु ने। गुरु ने अखां दस दित्तियां ਹਨ, जिन्हां अखां दे नाल इत्थे उत्थे घट घट तू ही दिसदा है। ਜਿਹੜਾ ਕਾਰਨ ਕਰਨਾ ਹੈ, ਜਿਹੜਾ ਬਣਾਉਣ ਵਾਲਾ ਹੈ, ਜਿਹੜਾ ਧਾਰਨ ਧਰਨਾ ਹੈ, ਅਰਥ ਇੱਕੋ ਹੀ ਹੈ। ਤੇ ਗੁਰੂ ਦੇ ਦਰਦਾਰ ਦੇ ਨਾਲ, ਗੁਰੂ ਦੇ ਚਰਨ ਪਰਸਨ ਦੇ ਨਾਲ ਅੰਦਰ ਦਾ ਸੁਖ ਆਨੰਦ ਮਿਲ ਜਾਂਦਾ ਹੈ। ਅੰਦਰ ਦਾ ਸੁਖ ਆਨੰਦ ਮਿਲ ਜਾਂਦਾ ਹੈ। ਹੁਣ ਜਿਹੜਾ ਬੰਦਾ परमेश्वर का इस तरह गल समझ लवे, असलीयत नूं समझ लवे, वो फिर सारी कायनात नूं भी वाहिगुरु दे स्वरूप का, सरगत स्वरूप का वर्णन करके दस दिंदा है। उसनूं हर दे अंदर बाहर भी दिसदा महसूस हुंदा है। इहो जिहा बंदा फिर गल गीत गाउंदा है, सो अंतर सो बाहर अनंत घट घट व्याप रहा भगवंत, धरन माहे आकाश प्याल, सर्व लोक पूਰਨ प्रतपाल, बन तिन पर्वत है पार ब्रह्म, जैसी आज्ञा तैसा कर्म। ਅਸੀਂ ਸੁਖਮਣੀ ਕੇਵਲ ਜ਼ਬਾਨ ਤੋਂ ਪੜ੍ਹਦੇ ਹਾਂ, ਪਰ ਜਿਹਨੇ ਅੱਖਾਂ ਨਾਲ ਦੇਖ ਲਿਆ ਉਹ ਇਸ ਤਰ੍ਹਾਂ ਪੜ੍ਹਦਾ ਹੈ। ਉਹ ਇਉਂ ਕਹਿੰਦਾ ਹੈ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦਾ ਦਿਸੇ ਸਮਾਹੇ, ਤਿਸਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਉਹਦੇ ਅੰਦਰ ਇਹ ਹੈ, ਸੁਖਮਣੀ ਨੂੰ ਉਹਨੂੰ ਇਸ ਤਰ੍ਹਾਂ ਸਮਝ ਆਉਂਦੀ ਹੈ। ਸਾਨੂੰ ਸੁਖਮਣੀ ਹੋਰ ਤਰ੍ਹਾਂ ਸਮਝ ਆਉਂਦੀ ਹੈ। ਅਸੀਂ ਉਹਨੂੰ ਕਹਿੰਦੇ ਦੁਨੀਆ ਦੇ ਸੁੱਖ ਮਿਲ ਜਾਣ, ਸਾਨੂੰ ਦੁਨੀਆ ਦੀਆਂ ਚੀਜ਼ਾਂ ਮਿਲ ਜਾਣ, ਅਸੀਂ ਇਹ ਸੁਖਮਣੀ ਤੋਂ ਸੁੱਖ ਲੈ ਲਈਏ, ਸੁੱਖਾਂ ਦੇਣ ਵਾਲੀ ਬਾਣੀ ਹੈ। ਅਸੀਂ ਸੁਖਮਣਾ ਸਾਹਿਬ ਵੀ ਨਾਲ ਬਣਾ ਕੇ ਰੱਖ ਲਿਆ। ਸਾਡੀ ਤਸੱਲੀ ਨਾ ਹੋਈ ਵੀ ਗੁਰੂ ਨੇ ਕੇਵਲ ਸੁਖਮਣੀ ਬਣਾਈ ਸੀ, ਅਸੀਂ ਫਿਰ ਸੁਖਮਣਾ ਸਾਹਿਬ ਬਣਾ ਲਿਆ। ਉਹਦੇ ਨਾਲ ਮਰਜ਼ੀ ਦੇ ਸ਼ਬਦ ਕੱਢ ਕੇ ਜੋੜ ਦਿੱਤੇ, ਗੁਟਕੇ ਤਿਆਰ ਕਰ ਦਿੱਤੇ। ਭਲਿਆ ਦੱਸ, ਸੁਖਮਣੀ ਜਿਹੜੀ ਅੰਦਰ ਹੈ ਉਹਦਾ ਸੋ ਅੰਤਰ ਸੋ ਬਾਹਰ ਅਨੰਤ ਦੀ ਅਵਸਥਾ ਤੇ ਹੈ। ਜਿੱਧਰ ਵੀ ਝਾਤ ਮਾਰਦਾ ਹੈ, ਹਰ ਪਾਸੇ ਪਿਆਰੇ ਪਵਿੱਤਰ ਦਾ ਮੁਖੜਾ ਹੀ ਨਜ਼ਰ ਆਉਂਦਾ ਹੈ, ਆਪਣੇ ਪਿਆਰੇ ਪ੍ਰੀਤਮ ਦਾ ਮੁਖੜਾ ਹੀ ਨਜ਼ਰ ਆਉਂਦਾ ਹੈ। ਹਰ ਪਾਸੇ ਅੰਦਰ ਦੇਖਦਾ ਹੈ ਤਾਂ ਉਸ ਦਿਲ ਦੇ ਸ਼ੀਸ਼ੇ ਵਿੱਚੋਂ ਵੀ ਉਹਦੀ ਤਸਵੀਰ ਦਿਖਦਾ ਹੈ, ਤੇ ਜਦੋਂ ਬਾਹਰ ਦੇਖਦਾ ਹੈ ਤੇ ਕੁਦਰਤ ਦੇ ਨਜ਼ਾਰਿਆਂ ਵਿੱਚੋਂ ਵੀ ਉਹਦੀ ਤਸਵੀਰ ਦਿਖਦਾ ਹੈ। ਹਰ ਚੀਜ਼, ਹਰ ਸਮਾਂ, ਹਰ ਸਾਹ ਪ੍ਰੀਤਮ ਦੇ ਦੀਦਾਰ ਨਾਲ ਸ਼ਿੰਗਾਰਿਆ ਜਾਂਦਾ ਹੈ। ਇਹ ਕਹਿ ਲਈਏ ਕਿ ਕੋਈ ਸਾਹ ਵੀ ਇਸ ਤਰ੍ਹਾਂ ਦਾ ਨਹੀਂ ਜਿਹਦੇ ਨਾਲ ਪ੍ਰੀਤਮ ਦਾ ਦੀਦਾਰ ਉਹਨੂੰ ਨਾ ਸਕੂਨ ਦਿੰਦਾ ਹੋਵੇ। ਜਾਗਦਿਆਂ ਵੀ ਸੁੱਤਿਆਂ ਵੀ, ਅੱਠੇ ਪਹਿਰ, ਕੋਈ ਸਮਾਂ ਇਹੋ ਜਿਹਾ ਹੈ ਹੀ ਨਹੀਂ। ਸੁਪਨੇ 'ਚ ਵੀ, ਪਰ ਜਿਨ੍ਹਾਂ ਦੇ ਅੰਦਰ ਮਾਇਆ, ਉਹਨਾਂ ਨੂੰ ਇਹ ਦੀਦਾਰ ਨਹੀਂ। ਧੂੜ ਦੀ ਕੰਧ ਤੋੜਨ ਤੋਂ ਬਿਨਾਂ ਇਹ ਦੀਦਾਰ ਨਹੀਂ ਹੁੰਦਾ। ਜੀਵਨ ਦੀ ਯਾਤਰਾ ਦੇ ਉੱਤੇ ਤੁਰਨ ਤੋਂ ਬਿਨਾਂ ਇਹ ਦੀਦਾਰ ਨਹੀਂ ਹੁੰਦਾ। ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਹੈ।
ਦਰਸ਼ਨਾਂ ਦਾ ਆਨੰਦ ਪਾ ਕੇ ਦੁਨੀਆ ਦੀ ਸੁੱਧ ਬੁੱਧ ਭੁੱਲ ਜਾਂਦਾ। ਇਹ ਨਹੀਂ, ਸੁੱਧ ਬੁੱਧ ਭੁੱਲਣ ਦਾ ਮਤਲਬ ਵੀ ਉਹ ਘਰ ਦੇ ਕੰਮਕਾਰ ਤੋਂ ਹੀ ਸਮਾਧੀਆਂ ਲਾ ਕੇ ਬੈਠ ਗਿਆ, ਭੌਰਿਆਂ ਵਿੱਚ ਵੜ ਗਿਆ। ਨਹੀਂ, ਦੁਨੀਆ ਦੀ ਮੋਹ ਦੀ ਪਕੜ ਟੁੱਟ ਜਾਂਦੀ ਹੈ। ਸੁੱਧ ਬੁੱਧ ਭੁੱਲਣ ਦਾ ਅਰਥ ਇਹ ਹੈ, ਉਹਦੇ ਅੰਦਰੋਂ ਪਦਾਰਥਾਂ ਦੀ ਮੋਹ ਦੀ ਪਕੜ ਮੁੱਕ ਗਈ। ਹੁਣ ਇੱਕ ਯਾਦ ਜ਼ਬਾਨ ਤੇ, ਕੰਨ ਵਿੱਚ, ਨੈਣਾਂ ਵਿੱਚ, ਰਸਨਾ ਉੱਤੇ ਇੱਕ ਦੀ ਯਾਦ ਹੈ। ਰੱਬੀ ਬਾਣੀ ਜਦੋਂ ਇਹ ਭੇਦ ਖੁੱਲਦਾ ਨਾ, ਜਦੋਂ ਕਹਿੰਦੀ ਹੈ ਸੁਪਨੇ 'ਚ ਪਿਆਰਾ ਆਇਆ ਸੀ, ਅੱਜ ਮੈਂ ਉਹਦੇ ਦਰਸ਼ਨ ਦੇਖਿਆ। ਅਸਲ ਵਿੱਚ ਸੁਪਨੇ ਵਿੱਚ ਆਇਆ, ਦੀਦਾਰ ਕਰਦਿਆਂ ਮੇਰੀ ਅਚਾਨਕ ਅੱਖ ਖੁੱਲ ਗਈ, ਪਰ ਮੈਂ ਬਹੁਤ ਆਨੰਦ ਮਾਣਿਆ ਭਾਵੇਂ ਸੁਪਨੇ 'ਚ ਹੀ ਦਰਸ਼ਨ ਕੀਤੇ। ਪਰ ਖੁਸ਼ੀ ਨੂੰ ਬਿਆਨ ਕਰਨਾ ਮੇਰੇ ਲਈ ਸੰਭਵ ਨਹੀਂ ਹੈ। ਸਾਰੀ ਵਿਚਾਰ ਸੁਣ ਕੇ ਫਿਰ ਦੂਜੀ ਸਹੇਲੀ ਅੱਗੋਂ ਇਹ ਗੱਲ ਕਹਿੰਦੀ ਹੈ, ਤੂੰ ਬਹੁਤ ਵੱਡੀ ਗਲਤੀ ਕੀਤੀ। ਜਦੋਂ ਪ੍ਰੀਤਮ ਪਿਆਰਾ ਸੁਪਨੇ ਵਿੱਚ ਤੂੰ ਦੇਖਿਆ ਤੇ ਉਹਦਾ ਪੱਲਾ ਕਿਉਂ ਨਾ ਫੜ ਲਿਆ? ਗੁਰੂ ਸਾਹਿਬ ਨੇ ਕਿਹੋ ਜਿਹੇ ਦ੍ਰਿਸ਼ਟਾਂਤ ਦੇ ਕੇ ਸਾਨੂੰ ਗੱਲਾਂ ਸਮਝਾਈਆਂ ਨੇ, ਕਿਹੋ ਜਿਹੇ ਦਲੀਲਾਂ ਦੇ ਕੇ ਸਮਝਾਈਆਂ ਨੇ। ਜਦੋਂ ਗੁਰੂ ਪਾਤਸ਼ਾਹ ਜੀ ਇਹ ਸਵਾਲ ਕਰਦੇ, ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲ ਸਾਂ, ਸੁਤੜੀ ਸੋ ਸ਼ੋ ਡਿਠ ਤੈ ਸੁਪਨੇ ਹੋ ਖੰਨੀ ਹੈ। ਇਸ ਅਵਸਥਾ ਤੇ ਤਾਂ ਪਹੁੰਚ ਜਦੋਂ ਗੁਰੂ ਸਾਹਿਬ ਇਹ ਬਿਆਨ ਕਰਦੇ ਨੇ, ਤੇ ਉਹ ਦੂਜੀ ਸਹੇਲੀ ਕਹਿੰਦੀ ਵੀ ਜੇ ਸੁਪਨੇ 'ਚ ਦੀਦਾਰ ਕਰ ਲਿਆ ਹੀ ਤਾਂ ਪੱਲਾ ਕਿਉਂ ਨਾ ਫੜ ਲਿਆ? ਜਦੋਂ ਪ੍ਰੀਤਮ ਪਿਆਰਾ ਤੂੰ ਸੁਪਨੇ 'ਚ ਦੇਖ ਹੀ ਲਿਆ ਸੀ ਤੇ ਫਿਰ ਜਾਣ ਕਿਉਂ ਦਿੱਤਾ? ਅੱਗੋਂ ਜਵਾਬ ਸੀ, ਭਲੀਏ ਮੇਰੇ ਕੋਲ ਹੋਸ਼ ਰਹਿੰਦੀ ਤੇ ਮੈਂ ਉਹਦਾ ਪੱਲਾ ਫੜਦੀ। ਮੈਂ ਤਾਂ ਦਰਸ਼ਨ ਕਰਕੇ ਹੀ ਹੋਸ਼, ਮੇਰੀ ਤਾਂ ਸੁੱਧ ਬੁੱਧੀ ਭੁੱਲ ਗਈ, ਮੈਂ ਉਹਦਾ ਪੱਲਾ ਕਿਵੇਂ ਫੜ ਲੈਂਦੀ? ਨਹੀਂ, ਉਸਦੀ ਸੁੰਦਰਤਾ 'ਚ ਮਨ ਅਜਿਹਾ ਗਵਾਚ ਗਿਆ ਕਿ ਮੈਨੂੰ ਇਹ ਪਤਾ ਹੀ ਨਾ ਰਿਹਾ ਕਿ ਮੈਂ ਉਹਦਾ ਪੱਲਾ ਵੀ ਫੜ ਲਵਾਂ। ਬਹੁਤ ਪਿਆਰੇ ਬੋਲ ਗੁਰੂ ਪਾਤਸ਼ਾਹ ਨੇ ਦਿੱਤੇ ਹਨ। ਸੁਪਨੇ ਉਭੀ ਭਈ, ਕਿਆ ਬੋਲ ਹਨ ਗੁਰੂ ਪਾਤਸ਼ਾਹ ਜੀ ਦੇ। ਪੰਨਾ 1362 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਜਦੋਂ ਪੜ੍ਹਦੇ ਆ ਨਾ, ਕੀ ਕਹਿੰਦੇ? ਸੁਪਨੇ ਉਭੀ ਭਈ ਜਿਹੋ ਕੀਨਾ ਅੰਚਲਾ, ਪੱਲਾ ਤਾਂ ਫੜਿਆ ਹੀ ਨਾ ਗਿਆ। ਸੁੰਦਰ ਪੁਰਖ ਬਿਰਾਜਿਤ ਪੇਖ ਮਨ ਭੰਚਲਾ, ਉਹਦਾ ਸੋਹਣਾ ਮੂੰਹ ਦੇਖ ਕੇ ਤਾਂ ਮੇਰੇ ਕੋਲ ਉਹਦਾ ਝੱਲਿਆ ਹੀ ਨਾ ਗਿਆ। ਮੈਂ ਪਲਣਾ ਕੀ ਸੀ, ਫੜਨਾ ਕੀ ਸੀ? ਪੱਲਾ ਕਿਵੇਂ ਫੜਨਾ ਸੀ? ਜਦੋਂ ਸੁਪਨੇ 'ਚ ਮਿਲੀ ਸੀ ਤਾਂ ਪੱਲਾ ਕਿਉਂ ਨਹੀਂ ਫੜਿਆ? ਸਹੇਲੀ ਆਖਦੀ ਹੈ, ਭਰੀਏ ਪੱਲਾ ਫੜਨ ਜੋਗੀ ਕੋਈ ਸੁਰਤ ਰਹਿੰਦੀ ਤਾਂ ਸੀ ਨਾ। ਉਹ ਸੁੰਦਰਤਾ ਦੇ ਮਾਲਕ ਦਾ ਦੀਦਾਰ ਕਰਕੇ ਤਾਂ ਮਨ ਹੀ دیਵਾਨਾ ਹੋ ਗਿਆ। ਉੱਥਾ ਦਾ ਮਨ ਮੇਰਾ دیਵਾਨਾ ਹੋ ਗਿਆ। ਦੱਸ ਪੱਲਾ ਕਿਵੇਂ ਫੜਿਆ ਜਾਂਦਾ? ਉਸਦਾ ਪੱਲਾ ਕਿਵੇਂ ਫੜ ਸਕਦੀ? ਗੁਰੂ ਪਾਤਸ਼ਾਹ ਜੀ ਨੇ ਬਹੁਤ ਹੀ ਕਮਾਲ ਦੀਆਂ ਗੁਰਬਾਣੀ ਦੇ ਵਿੱਚ ਦਰਸ਼ਨਾਂ ਦੀਆਂ ਜਦੋਂ ਗੱਲਾਂ ਕੀਤੀਆਂ ਹਨ ਤਾਂ ਕਮਾਲ ਦੀਆਂ ਹਨ। ਜਿਗਿਆਸੂ ਇਸ ਅਵਸਥਾ ਨੂੰ ਮੰਨਦਾ ਹੈ। ਠੀਕ ਹੈ, ਅਸੀਂ ਇੱਥੇ ਨਾ ਪਹੁੰਚ ਸਕੀਏ, ਨਾ ਪਹੁੰਚੇ, ਲੇਕਿਨ ਅਸਲੀਅਤ ਤੋਂ ਤਾਂ ਪਰੇ ਨਹੀਂ ਹਟ ਸਕਦੇ। ਸੱਚ ਗੁਰਬਾਣੀ ਹੈ। ਅਸੀਂ ਇਸ ਅਵਸਥਾ ਨੂੰ ਨਹੀਂ ਮਾਰਿਆ, ਇਹ ਸਾਡੀ ਵੱਖਰੀ ਗੱਲ ਹੈ। ਪਰ ਯਤਨ ਤਾਂ ਹੋਣਾ ਚਾਹੀਦਾ ਹੈ, ਕੋਸ਼ਿਸ਼ ਤਾਂ ਹੋਣੀ ਚਾਹੀਦੀ ਹੈ ਨਾ, ਉਦਮ ਤਾਂ ਹੋਣਾ ਚਾਹੀਦਾ ਨਾ। ਸ਼ਾਇਦ ਅਸੀਂ ਇਸ ਉਦਮ ਨੂੰ ਬੁੱਢਿਆਂ ਦਾ ਕੰਮ ਸਮਝ ਲਿਆ, ਬਜ਼ੁਰਗਾਂ ਦਾ ਕੰਮ ਸਮਝ ਲਿਆ। ਨਹੀਂ, ਅਸਲ ਵਿੱਚ ਇਹੋ ਹੀ ਕੰਮ ਸੀ ਜਿਹਨੇ ਕੰਮ ਨੇ ਕੰਮ ਆਉਣਾ ਸੀ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹੋ ਹੀ ਕੰਮ ਸੀ। ਬਾਕੀ ਕੰਮ ਆਉਣ ਵਾਲੇ ਹੀ ਨਹੀਂ ਸਨ। ਅਸੀਂ ਉਹਨਾਂ ਨਾਲ ਸਮਝ ਗਏ, ਸਾਂਝ ਪਾ ਕੇ ਬੈਠ ਗਏ। ਫਿਰ ਖਿਆਲ ਕਰਨਾ, ਜਦੋਂ ਇਹ ਅਵਸਥਾ ਬਣਦੀ ਹੈ ਨਾ, ਫਿਰ ਆਮ ਧਰਮੀਆਂ ਵਾਂਗਾ ਜੀਵਨ ਨਹੀਂ ਰਹਿੰਦਾ। ਫਿਰ ਰੱਬ ਨੂੰ ਕਿਸੇ ਮੰਦਿਰ ਜਾਂ ਮਸਜਿਦ ਵਿੱਚ ਜਾਂ ਗੁਰਦੁਆਰੇ ਵਿੱਚ ਪੱਕਾ ਨਹੀਂ ਸਮਝਦਾ। ਫਿਰ ਤਾਂ ਉਹਨੂੰ ਸਾਰੀ ਦੁਨੀਆ ਵਿੱਚ
ਪਿਆਰੇ ਪ੍ਰੀਤਮ ਦਾ ਦੀਦਾਰ ਹੁੰਦਾ ਹੈ। ਫਿਰ ਉਹ ਗੁਰਦੁਆਰਿਆਂ ਤੇ ਮੰਦਰਾਂ ਤੇ ਮਸਜਿਦਾਂ ਤੇ ਗਿਰਜਿਆਂ ਦੀਆਂ ਹੱਦਾਂ ਬੰਦਾਂ ਤੋਂ ਬਾਹਰ ਹੋ ਜਾਂਦਾ। ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਰੱਬ ਨੂੰ ਇਹਨਾਂ ਵਿੱਚ ਬੰਨਿਆ ਹੀ ਨਹੀਂ ਜਾ ਸਕਦਾ, ਰੱਬ ਨੂੰ ਇਹਦੇ ਚ ਬੰਨਿਆ ਨਹੀਂ ਜਾ ਸਕਦਾ। ਉਹਨੂੰ ਗੱਲ ਦੀ ਸਮਝ ਆ ਜਾਂਦੀ ਹੈ। ਜਦੋਂ ਦਰਸ਼ਨ ਕਰ ਲਿਆ ਫਿਰ ਤਾਂ ਇਹੋ ਹੀ ਕਹਿੰਦਾ, ਠਾਕੁਰ ਤੁਮ ਸ਼ਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੈ ਦਰਸ਼ਨ ਪਾਇਆ। ਅਨਬੋਲਤ ਮੇਰੀ ਬਿਰਥਾ ਜਾਣੀ, ਆਪਣਾ ਨਾਮ ਜਪਾਇਆ। दुख डाठे सुख सहज समाए, आनंद आनंद गुण गाया। बाहां पकड़ कड़ लीने अपने ग्रह अंध रूप ते माया। कहो नानक गुरबंधन काटे, बिसरत आन मिलाया। फिर तो यह गल करता है, फिर बंधना दे टुट जाते हैं। फिर हरि तो बिना किसी होर दा स्नेहा भी नहीं मिलता। फिर तो इको ही गल होंदी है, दोए दोए लोचन पेखा, हो हर बिन और ना देखा। नैन रहे रंग लाई, अब बे गल कहन न जाई। और दूजी गल कहन दी गल। फिर तो उच्चे चढ़ के कहंदा, मैं पेखो री मोहन, मैं पेखो री उच्चा मोहन, सब ते उच्चा। मैं देख लिया। हुण कहंदे हुण तो ਉਹਦੇ बराबर ਦਾ कोई ਲੱਭਦਾ ही नहीं। ਜਿਹੜਾ ਅੰਦਰ ਪਿਆਸ ਹੁੰਦੀ ਹੈ ਪਿਆਰਿਓ, ਉਹਨਾਂ ਦੇ ਅੰਦਰ ਅਰਦਾਸ ਵੀ ਹੁੰਦੀ ਹੈ। ਖਿਆਲ ਕਰਨਾ, ਜਿਨ੍ਹਾਂ ਦੇ ਅੰਦਰ ਪਿਆਸ ਹੁੰਦੀ ਹੈ ਨਾ, ਉਹਨਾਂ ਦੇ ਅੰਦਰ ਅਰਦਾਸ ਵੀ ਹੁੰਦੀ ਹੈ। ਤੇ ਜਿਨ੍ਹਾਂ ਅੰਦਰ ਅਰਦਾਸ ਹੁੰਦੀ ਹੈ ਉਹਨਾਂ ਦੇ ਅੰਦਰ ਆਸ ਹੁੰਦੀ ਹੈ। ਤੇ ਜਿਨ੍ਹਾਂ ਦੇ ਅੰਦਰ ਆਸ ਹੁੰਦੀ ਹੈ ਮੰਜ਼ਲ ਉਹਨਾਂ ਦੇ ਪਾਸ ਹੁੰਦੀ ਹੈ। ਦੇਖੋ ਕਿੰਨਾ ਰਿਲੇਸ਼ਨ ਹੈ ਆਪੋ ਵਿੱਚ। ਪਿਆਸ ਹੈ ਤਾਂ ਅਰਦਾਸ ਹੈ, ਅਰਦਾਸ ਹੈ ਤਾਂ ਆਸ ਹੈ। ਆਸ ਰੱਖ ਕੇ ਅਰਦਾਸ ਕੀਤੀ ਹੈ, ਆਸ ਹੈ ਤੇ ਮੰਜ਼ਲ ਪਾਸ ਹੈ। ਫਿਰ ਦੁਹਰਾ ਰਿਹਾ ਗੱਲ, ਜਿਨ੍ਹਾਂ ਅੰਦਰ ਪਿਆਸ ਹੁੰਦੀ ਹੈ ਉਹਨਾਂ ਦੇ ਅੰਦਰੋਂ ਅਰਦਾਸ ਹੁੰਦੀ ਹੈ, ਅਰਦਾਸ ਨਿਕਲਦੀ ਹੈ, ਬੇਨਤੀਆਂ ਨਿਕਲਦੀਆਂ ਹਨ। ਤੇ ਜਿਨ੍ਹਾਂ ਦੇ ਅੰਦਰੋਂ ਅਰਦਾਸ ਨਿਕਲਦੀ ਹੈ ਉਹਨਾਂ ਨੂੰ ਮਿਲਣ ਦੀ ਆਸ ਹੁੰਦੀ ਹੈ। ਤੇ ਜਿਨ੍ਹਾਂ ਦੇ ਕੋਲ ਆਸ ਹੁੰਦੀ ਹੈ ਉਹ ਮਿਲਣ ਦੀ ਮਿਲਾਪ ਦੀ ਮੰਜ਼ਿਲ ਉਹਨਾਂ ਦੇ ਪਾਸ ਹੁੰਦੀ ਹੈ। ਪ੍ਰਭੂ ਦੇ ਦਰਸ਼ਨ ਕਰਕੇ ਆਤਮਿਕ ਆਨੰਦ ਦੇ ਧਣੀ ਹੋ ਜਾਂਦੇ ਨੇ। ਉਹ ਤਾਂ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਇਸ ਦਾ ਤਰਲੇ ਹਨ। ਅਜਿਹੇ ਰੰਗ ਰੱਤਿਆਂ ਦੀ ਚਰਨ ਧੂੜ ਲਈ ਫਿਰ ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਸੰਗਤ ਉਹਨਾਂ ਦੀ ਬਖਸ਼ੀ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹੋ ਹੀ ਹੈ ਨਾ ਸਾਡੀਆਂ ਪੰਕਤੀਆਂ ਜਿਹੜੀਆਂ ਅਸੀਂ ਰੋਜ਼ ਪੜ੍ਹਦੇ ਹਾਂ। ਕਿਹੜੀਆਂ ਪੰਕਤੀਆਂ? ਸਹੀ ਪਿਆਰੇ ਮੇਲ, ਜਿਨ੍ਹਾਂ ਦੇ ਅੰਦਰ ਨਾਮ ਹੈ, ਜਿਹੜੇ ਨਾਮ ਵਿੱਚ ਰੰਗੇ ਹੋਏ ਹਨ। ਪ੍ਰਭੂ ਦਿਆਦ ਕਰਕੇ ਇਹਨਾਂ ਚੀਜ਼ਾਂ ਨੂੰ ਬਾਹਰਲੀਆਂ ਅੱਖਾਂ ਦੇ ਨਾਲ ਦੱਸਿਆ ਨਹੀਂ ਜਾ ਸਕਦਾ। ਇਹ ਤਾਂ ਕਰੜਾ ਸਾਰ ਹੈ, ਨਾਨਕ ਕਥਨਾ ਕਰੜਾ ਸਾਰ। ਇਹ ਤਾਂ ਵਿਖਿਆ ਵਿਕਸੇ ਕਰ ਵਿਚਾਰ, ਪਰ ਨਾਨਕ ਕਥਨਾ ਕਰੜਾ ਸਾਰ। ਕਰੜਾ ਸਾਰ ਦੱਸ ਨਹੀਂ ਸਕਦੇ, ਸ਼ਬਦ ਹੈ ਨਹੀਂ। ਗੱਲਾਂ ਕਰ ਸਕਦੇ ਹਾਂ ਥੋੜੀਆਂ ਬਹੁਤ, ਬਸ ਸ਼ਬਦ ਨਹੀਂ ਹਨ ਜਿਹਦਾ ਇਹ ਦੱਸਿਆ ਜਾ ਸਕਦਾ। ਦੋ ਅਵਸਥਾ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ। ਪਹਿਲੀ ਅਵਸਥਾ ਜਿੱਥੇ ਸਿਰਫ ਜਾਣਦਾ ਹੈ, ਸ਼ਬਦ ਹਨ, ਵਿਚਾਰ ਹੈ, ਕਥਨਾ ਕਰਨਾ ਵੀ ਸੌਖਾ ਹੈ। ਪਰ ਦੂਜੀ ਅਵਸਥਾ ਵਿੱਚ ਉਹ ਮੰਨਦਾ ਹੈ। ਹੁਣ ਜਾਣਨ ਤੇ ਮੰਨਣ 'ਚ ਬਹੁਤ ਫਰਕ ਹੈ। ਅਸੀਂ ਸਾਰੇ ਜਾਣਦੇ ਹਾਂ, ਮੰਨਦੇ ਨਹੀਂ। ਅਸੀਂ ਜਾਣਨ ਤੇ ਖੜੇ ਹਾਂ, ਮੰਨਣ ਤੇ ਨਹੀਂ ਪਹੁੰਚੇ। ਜਾਣ ਲਿਆ, ਪਤਾ ਲੱਗ ਗਿਆ ਇਹ ਕੁਝ ਹੈ, ਗਿਆਨ ਹੈ, ਇਹ ਸਭ ਕੁਝ ਸਮਝ ਆ ਗਈ ਹੈ। ਇਸੇ ਕਰਕੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਕਿ ਸਮਝ ਆ ਰਹੀ ਹੈ। ਜਿਨ੍ਹਾਂ ਨੂੰ ਸਮਝ ਨਹੀਂ ਉਹ ਤਾਂ ਗੁਰਬਾਣੀ ਪੜ੍ਹਦੇ ਹੀ ਨਹੀਂ। ਜਿਹੜੇ ਜਾਣਨ ਦੇ ਨਹੀਂ, ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਉਹ ਗੁਰਬਾਣੀ ਨਾਲ ਜੁੜਦੇ ਹੀ ਨਹੀਂ। ਕਿਉਂ ਨਹੀਂ ਜੁੜਦੇ? ਕਿਉਂਕਿ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਸਿਰਫ ਜਾਣ ਲੈਣਾ ਕਾਫੀ ਨਹੀਂ ਹੈ। ਸ਼ਬਦ ਹੋਇਆ, ਜਾਣਨ ਵਿੱਚ ਸ਼ਬਦ ਹਨ, ਵਿਚਾਰ ਹੈ, ਕਥਨਾ ਹੈ, ਬੋਲਣਾ ਹੈ, ਦੱਸਣਾ ਹੈ, ਵਿਚਾਰਨਾ ਹੈ। ਪਰ ਦੂਜੀ ਅਵਸਥਾ ਵਿੱਚ ਮੰਨਣਾ ਹੈ। ਪਰ ਮੰਨਣ ਦੀ ਅਵਸਥਾ ਵੀ ਬਿਨਾਂ
ਵਿਚਾਰਨ ਤੋਂ ਬਿਨਾ ਬੋਲਣ ਤੋਂ, ਬਿਨਾ ਕਹਿਣ ਤੋਂ ਨਹੀਂ ਮਾਣੀ ਜਾ ਸਕਦੀ। ਪਰ ਕੇਵਲ ਪਹਿਲੀ ਅਵਸਥਾ ਤੱਕ ਖੜੇ ਹੋ ਜਾਣਾ, ਫਿਰ ਜਾਲਾ ਲੱਗਣ ਦਾ ਡਰ ਹਮੇਸ਼ਾ ਬਣਿਆ ਰਹੇਗਾ। ਹਰੇ ਰੰਗ ਦੀ ਕਾਈ ਜੰਮਣ ਦਾ ਡਰ ਹਮੇਸ਼ਾ ਬਣਿਆ ਰਹੇਗਾ। ਜੇ ਉੱਥੇ ਆ ਕੇ ਪਾਣੀ ਖੜ ਗਿਆ, ਖੜੇ ਹੋਏ ਪਾਣੀ ਵਿੱਚ ਜਾਲਾ ਲੱਗਦਾ ਹੈ ਪਿਆਰੇ, ਜੇ ਜਾਣਨ ਤੱਕ ਆ ਕੇ ਸੀਮਤ ਹੋ ਗਿਆ ਤਾਂ ਫਿਰ ਹਰੇ ਰੰਗ ਦਾ ਕਾਈ ਤੇ ਜਾਲਾ ਲੱਗਣ ਦਾ ਡਰ ਤਾਂ ਹਮੇਸ਼ਾ ਬਣਿਆ ਰਹੇਗਾ। ਉਹ ਭਾਵੇਂ ਕਾਮ ਦਾ ਲੱਗ ਜਾਏ, ਭਾਵੇਂ ਕ੍ਰੋਧ ਦਾ ਲੱਗ ਜਾਏ, ਭਾਵੇਂ ਲੋਭ ਦਾ ਲੱਗ ਜਾਏ, ਭਾਵੇਂ ਮੋਹ ਦਾ ਲੱਗ ਜਾਏ, ਭਾਵੇਂ ਹੰਕਾਰ ਦਾ ਲੱਗ ਜਾਏ। ਇਸ ਵਾਸਤੇ ਜ਼ਰੂਰੀ ਚੀਜ਼ ਇਹ ਹੈ, ਮਾਨਣ ਦੀ ਗੱਲ ਹੈ, ਆਨੰਦ ਲੈਂਦਾ। ਫਿਰ ਬੇਨਤੀ ਕਰਦੇ ਆ, ਇਹ ਆਨੰਦ ਦੀ ਅਵਸਥਾ ਦੱਸਣ ਵਾਲੀ ਨਹੀਂ, ਦੱਸੀ ਨਹੀਂ ਜਾ ਸਕਦੀ। ਇਹ ਗੁੰਗੇ ਦੀ ਮਠਿਆਈ ਵਰਗੀ ਹੈ। ਜ਼ਬਾਨ ਤੋਂ ਸਖਣੇ ਮਨੁੱਖ ਨੂੰ ਕੁਝ ਖਾਣ ਲਈ ਦੇ ਦੇਈਏ ਤੇ ਉਹਨੂੰ ਮਿੱਠੇ ਪਦਾਰਥਾਂ ਦਾ ਆਨੰਦ ਤਾਂ ਮਾਣ ਲਵੇਗਾ, ਲੇਕਿਨ ਉਸ ਪਦਾਰਥਾਂ ਦੇ ਆਨੰਦ ਨੂੰ ਸੰਸਾਰ ਤੱਕ ਦੱਸਣ ਯੋਗ ਨਹੀਂ ਹੈ। ਜ਼ਬਾਨ, ਜਿਸ ਕੋਲ ਜ਼ਬਾਨ ਹੈ ਉਹਦੇ ਕੋਲ ਸ਼ਬਦ ਹਨ, ਪਰ ਜਿਸ ਕੋਲ ਜ਼ਬਾਨ ਨਹੀਂ ਉਹਦੇ ਕੋਲ ਸ਼ਬਦ ਵੀ ਨਹੀਂ ਹਨ। ਉਸਦੀ ਅਵਸਥਾ ਤੋਂ ਅਨੁਮਾਨ ਲਗਾ, ਅਸੀਂ ਉਹਦੀ ਅਵਸਥਾ ਤੋਂ ਅਨੁਮਾਨ ਅੰਦਾਜ਼ਾ ਲਾ ਸਕਦੇ ਹਾਂ। ਹਾਂ, ਇਸਨੇ ਆਨੰਦ ਮਾਣ ਲਿਆ ਹੈ, ਕਿਉਂਕਿ ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਇਹ ਤਾਂ ਰਤਨ ਹੈ, ਪ੍ਰਗਟ ਹੋ ਜਾਏਗਾ। ਜਿਨੀ ਰਾਮ ਜਾਣਿਆ ਤਿਨੇ ਪਛਾਣਿਆ, ਜਿਉ ਗੁੰਗੇ ਸ਼ਾਕਰ ਮਨ ਮਾਨਿਆ। ਇਹ ਤਾਂ ਰਾਮ ਦੀ ਗੱਲ ਤਾਂ ਇਸ ਤਰ੍ਹਾਂ ਦੀ ਹੈ। ਗੁਰਬਾਣੀ ਨੇ ਇਹਦੀਆਂ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ ਹਨ। ਉਹ ਪਰਮੇਸ਼ਰ ਦੇ ਦੀਦਾਰ ਕਰਨ ਵਾਲੇ ਨੂੰ ਸੰਸਾਰ ਦਾ ਤਾਂ ਸਿਰਫ 3 ਅਵਸਥਾ ਵਿੱਚ ਦੇਖਦਾ ਹੈ। ਖਿਆਲ ਕਰਿਓ ਕਿ ਕਦੀ ਕਤਾਈ ਹੱਸ ਪੈਂਦਾ ਹੈ, ਕਦੀ ਕਤਾਈ ਰੋ ਪੈਂਦਾ ਹੈ, ਤੇ ਕਦੀ ਕਤਾਈ ਚੁੱਪ ਵੀ ਕਰ ਜਾਂਦਾ ਹੈ। ਆਸਾ ਕਿ ਬਾਹਰ ਨੂੰ ਪੜ੍ਹ ਕੇ ਦੇਖੋ, ਰੰਗ ਹੱਸੇ ਰੰਗ ਰੂਪੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਦਾ। ਪਰਮੇਸ਼ਰ ਦੇ ਦੀਦਾਰ ਕਰਨ ਵਾਲੇ ਨੂੰ ਸੰਸਾਰ ਤਾਂ ਸਿਰਫ 3 ਅਵਸਥਾ ਵਿੱਚ ਵੇਖਦਾ ਹੈ। ਰੋ ਪਿਆ, ਉਹ ਰੋਂਦਾ ਨਹੀਂ, ਪ੍ਰੀਤਮ ਦੀ ਯਾਦ ਅੰਦਰੋਂ ਆਉਂਦੀ ਹੈ, ਉਹਦੇ ਅਥਰੂ ਡਿੱਗ ਰਹੇ ਹਨ। ਉਹਦਾ ਰੋਣ ਸੰਸਾਰੀਆਂ ਦਾ ਰੋਣ ਨਹੀਂ ਹੈ। ਹੱਸਦਾ ਹੈ, ਸਵਾਦ ਆ ਗਿਆ, ਜੋ ਚੀਜ਼ ਅਸੀਂ ਕਿਸੇ ਦੇ ਮੰਨ ਲਈਏ ਫਿਰ ਹਾਸਾ ਵੀ ਆ ਜਾਂਦਾ ਹੈ। ਜਦੋਂ ਅਸੀਂ ਚੀਜ਼ ਦਾ ਆਨੰਦ ਮਾਣਦੇ ਫਿਰ ਹਾਸਾ ਵੀ ਆਉਂਦਾ, ਮੁਸਕਰਾਉਂਦਾ ਵੀ ਹੈ। ਕਦੀ ਹੱਸਣਾ, ਕਦੀ ਅੱਖਾਂ 'ਚੋਂ ਅਥਰੂ ਡਿੱਗ ਪੈਣੇ, ਉਸ ਪਿਆਰ ਦੇ ਨਿਸ਼ਾਨੇ, ਪਿਆਰ ਦੀਆਂ ਯਾਦਾਂ ਨੂੰ ਟਮਕ ਪੈਣਾ, ਤੇ ਕਦੀ ਚੁੱਪ ਕਰਕੇ ਵੀ ਬੈਠ ਜਾਣਾ। ਅੱਜ ਕੀ ਹੈ, ਅੱਜ ਗੁਹਜ ਗੱਲ ਕੀ, ਗੁਹਜ ਗੱਲ ਜੀ ਕੀ ਕੀਚੇ ਸਤਿਗੁਰ ਪਾਸ, ਕਿਉਂਕਿ ਸਤਿਗੁਰ ਨਾਲ ਗੱਲਾਂ ਕਰਨੀਆਂ ਚਾਹੁੰਦਾ ਦਿਲ ਦੀਆਂ। ਸਤਿਗੁਰ ਅੱਗੇ ਆਪਣਾ ਭੇਦ ਖੁੱਲਦਾ ਹੈ, ਸਤਿਗੁਰ ਨਾਲ ਉਹਦੀ ਬਣੀ ਹੋਈ ਹੈ, ਸਤਿਗੁਰ ਨਾਲ ਉਹਦੀ ਸਾਂਝ ਹੋ ਗਈ ਹੈ। ਸੰਸਾਰ ਦਾ ਨੂੰ ਇਹ ਨਹੀਂ ਪਤਾ ਇਹਦਾ ਕਾਰਨ ਕੀ ਹੈ, ਵੀ ਕਿਉਂ ਚੁੱਪ ਕਰ ਗਿਆ, ਕਿਉਂ ਹੱਸਦਾ ਹੈ, ਕਿਉਂ ਰੋਂਦਾ ਹੈ। ਜਿਸ ਦੀ ਅੱਖ ਨੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰ ਲਏ ਹਨ, ਉਹ ਤਾਂ ਹੋਏ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ। ਉਹਨੂੰ ਸੱਚੇ ਨਾਂ ਤੋਂ ਬਿਨਾਂ, ਵਾਹਿਗੁਰੂ ਦੇ ਕਸਮ ਤੋਂ ਬਿਨਾਂ ਕਿਸੇ ਹੋਰ ਦੀ ਕੋਈ ਪਰਵਾਹ ਨਹੀਂ। ਅਜਿਹਾ ਰੱਬੀ ਮਸਤਾਨਾ, ਅਜਿਹਾ ਰੱਬੀ ਫਕੀਰ, ਅਜਿਹਾ ਰੱਬੀ ਦੀਵਾਨਾ ਪ੍ਰਭੂ ਦੇ ਦੀਦਾਰਾਂ ਦਾ ਅੰਮ੍ਰਿਤ ਪੀਂਦਾ ਹੈ, ਉਹਦੇ ਅੰਮ੍ਰਿਤ ਵਿੱਚ ਰੰਗਿਆ ਰਹਿੰਦਾ ਹੈ। ਇਹ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ। ਭਾਈ ਗੁਰਦਾਸ ਜੀ ਕਹਿੰਦੇ ਹਨ, ज्ञान में ना ज्ञान रहो, ध्यान में ना ध्यान रहो, सुरत में ना सुरत रहो, में ना पाता। ऐसी अवस्था भाई साहब, भाई गुरदास जी ने क्या अवस्था का बयान किया। ये ऐसी अवस्था है जिसਨੂੰ मानना केवल ਉਹਨਾਂ ਦੇ ਹਿੱਸੇ ਵਿੱਚ ਆਇਆ ਹੈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਉਸ ਪਿਆਰੇ ਦੇ ਪਿਆਰ ਵਿੱਚ ਰੰਗਿਆ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ
ਪਿਆਰੇ ਦੇ ਪਿਆਰ ਵਿੱਚ ਰੰਗਿਆ ਹੀ ਨਹੀਂ ਤੇ ਉਹ ਇਸ ਅਵਸਥਾ ਦਾ ਆਨੰਦ ਨਹੀਂ ਮਿਲ ਸਕਦਾ। ਇਸ ਅਵਸਥਾ ਨੂੰ ਦਰਸ਼ਨ ਪਿਆਸ ਤੇ ਦਰਸ਼ਨਾਂ ਦੀ ਇਸ ਅਵਸਥਾ ਨੂੰ ਮਾਨਣਾ ਸੱਚਮੁੱਚ ਉੱਤਮ ਭਾਗਾਂ ਦੀ ਨਿਸ਼ਾਨੀ ਹੈ। ਫਿਰ ਬੇਨਤੀ ਕਰਦੇ ਹਾਂ, ਇਹ ਕੇਵਲ ਵਿਚਾਰ ਨਾਲ ਨਹੀਂ, ਕੇਵਲ ਬੋਲਣ ਨਾਲ ਨਹੀਂ, ਸ਼ਬਦਾਂ ਨਾਲ ਨਹੀਂ, ਕਥਨ ਨਾਲ ਨਹੀਂ, ਇੱਕ ਜਾਣਨ ਨਾਲ ਸੰਬੰਧ ਰੱਖਦਾ ਹੈ। ਵਿਚਾਰ ਤੋਂ ਅੱਗੇ, ਬੋਲਣ ਤੋਂ ਅੱਗੇ, ਕਥਾ ਲੈਕਚਰ ਤੋਂ ਅੱਗੇ ਇਸ ਨੂੰ ਮਾਨਣ ਦੀ ਅਵਸਥਾ ਤੱਕ ਜਾਣਾ, ਇਹਦੇ ਵੱਲ ਕਦਮ ਵਧਣ ਦੀ ਲੋੜ ਹੈ। ਇਹਦੇ ਵੱਲ ਸਾਨੂੰ ਕਦਮ ਵਧਾਉਣ ਦੀ ਲੋੜ ਹੈ। ਜਦੋਂ ਇੱਧਰ ਕਦਮ ਵਧਣਗੇ ਫਿਰ ਆਨੰਦ, ਖੇੜਾ, ਖੁਸ਼ੀ, ਜਦੋਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਅਸਲ ਵਿੱਚ ਉਦੋਂ ਸਤਿਗੁਰੂ ਮਿਲਿਆ ਹੈ। ਕਹਿਣ ਨੂੰ ਅੱਜ ਅਸੀਂ ਗੁਰੂ ਵਾਲੇ ਬਣ ਗਏ ਹਾਂ, ਅਸੀਂ ਗੁਰੂ ਦੇ ਕੋਲੋਂ ਖੰਡੇ ਬਾਟੇ ਦੀ ਪਹੁਲ ਲੈ ਲਈ ਹੈ, ਪਰ ਅਸਲ ਗੁਰੂ ਵਾਲਾ ਉਸ ਦਿਨ ਹਾਂ ਜਿਸ ਦਿਨ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦੀ ਅਵਸਥਾ ਤੇ ਜਾ ਕੇ ਅਸੀਂ ਇਹ ਗੱਲ ਗੁਰੂ ਨੂੰ ਕਹਿਣ ਜੋਗੇ ਹੋਵਾਂਗੇ, ਦੁਨੀਆ ਨੂੰ ਕਹਿਣ ਜੋਗੇ ਹੋਵਾਂਗੇ। ਫਿਰ ਅਸਲ ਵਿੱਚ ਅਸੀਂ ਉਸ ਦਿਨ ਗੁਰੂ ਵਾਲੇ ਬਣੇ। ਇਹ ਗਿਆਨ ਮਿਲਣੀ ਕਿੱਥੋਂ ਹੈ? ਇਹ ਵੀ ਯਕੀਨ, ਇਹ ਵੀ ਭਰੋਸਾ ਰੱਖ, ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਇਸ ਜਾਣਿਆ ਆਨੰਦ ਸਦਾ ਗੁਰ ਤੇ ਹੈ। ਅੱਜ ਦੀ ਗੱਲ ਨਹੀਂ, ਕੱਲ ਦੀ ਗੱਲ ਨਹੀਂ, 2 ਦਿਨ ਦੀ ਗੱਲ ਨਹੀਂ, 4 ਦਿਨ ਦੀ ਗੱਲ ਨਹੀਂ, ਜਿਹਨੇ ਵੀ ਆਨੰਦ ਮਾਣਿਆ ਇਹ ਗੁਰੂ ਦੇ ਕੋਲੋਂ ਸਿੱਖਿਆ ਲੈ ਕੇ ਮਾਣਿਆ ਹੈ। ਇਸ ਅਵਸਥਾ ਦੇ ਅੰਦਰਲੇ ਦਰਸ਼ਨ ਦੀ ਗੱਲ ਕਰ ਰਿਹਾ ਹਾਂ, ਉਹਨੇ ਕੀਤੇ ਹਨ। ਤੇ ਫਿਰ ਉਹ ਕੌਣ ਹੈ? ਇਹਨਾਂ ਦੀ ਅਵਸਥਾ ਦਾ ਨਾਮ, ਇਹ ਬੰਦੇ ਕੌਣ ਹਨ? ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਭੁਲੇਖਾ ਨਾ ਰੱਖਣਾ, ਉਹ ਸਾਈਂ ਜੇ ਬਣ ਜਾਂਦੇ ਹਨ। ਸਾਈਂ ਉਹਨਾਂ ਦੇ ਵਿੱਚ ਹੁੰਦਾ ਹੈ, ਉਹ ਸਾਈਂ ਵਿੱਚ ਰੰਗੇ ਰਹਿੰਦੇ ਹਨ, ਸਾਈਂ ਉਹਨਾਂ ਦੇ ਪਿਆਰ ਨਾਲ ਜੁੜਿਆ ਰਹਿੰਦਾ ਹੈ। ਗੁਰੂ ਕਿਰਪਾ ਕਰੇ ਵਿਚਾਰ ਤੋਂ ਅੱਗੇ, ਸ਼ਬਦ ਤੋਂ ਅੱਗੇ, ਸ਼ਬਦ ਪੜ੍ਹਨ ਤੋਂ ਅੱਗੇ, ਸ਼ਬਦ ਬੋਲਣ ਤੋਂ ਅੱਗੇ, ਕਥਾ ਵਿਚਾਰਾਂ ਤੋਂ ਅੱਗੇ, ਨਿਰੰਕਾਰ ਦੇ ਅੱਗੇ ਮਿਲਾਪ ਦੀ ਅਰਦਾਸ ਕਰੀਏ। ਅਰਦਾਸ ਵਿੱਚ ਆਸ ਹੈ ਤੇ ਆਸ ਵਿੱਚ ਮਿਲਾਪ ਹੈ। ਗੁਰੂ ਸਾਨੂੰ ਉਸ ਮਿਲਾਪ ਤੱਕ ਲੈ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਇਸ ਤੋਂ ਅੱਗੇ ਅਸੀਂ ਸਹਿਜ ਅਵਸਥਾ ਦੀ ਗੱਲ ਕਰਕੇ ਫਿਰ ਜੋਤੀ ਜੋਤ ਰੜੀ ਦੇ ਤੱਕ ਅਸੀਂ ਪਹੁੰਚ ਜਾਵਾਂਗੇ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਸਾਨੂੰ ਇਸ ਯਾਤਰਾ ਵਿੱਚ ਸਫਲਤਾ ਬਖਸ਼ੇ ਜੀ। ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।